ਨੈਕਸਟ ਆ ਗਿਆ ਬੇਟਾ ਬ੍ਰੌਂਚੀ। ਇਹ ਦੋ ਬ੍ਰੌਂਚੀਸ ਹਨ ਜਿਨ੍ਹਾਂ ਵਿੱਚ ਟ੍ਰੈਸ਼ੀਆ ਡਿਵਾਈਡ ਹੁੰਦਾ ਹੈ। ਇਹ ਇੱਕ ਦੂਜੇ ਤੋਂ ਵੱਖਰੇ ਹਨ। ਰਾਈਟ ਬ੍ਰੌਂਚਿਸ ਸਮਾਲ ਵਾਈਡਰ ਐਂਡ ਵਰਟੀਕਲ। ਫਿਰ ਦੂਸਰਾ ਹੈ ਦੋਵੇਂ ਲੰਗਸ ਦੇ ਵਿੱਚ ਐਂਟਰ ਹੁੰਦੇ ਹਨ। ਮਤਲਬ ਕਿ ਇੱਕ ਤਰ੍ਹਾਂ ਦੀਆਂ ਇਹ ਪਾਈਪਸ ਹੀ ਹੁੰਦੀਆਂ ਜਿਹੜੀਆਂ ਲੰਗਸ ਦੇ ਨਾਲ ਆਪਣੇ ਜੁੜੀਆਂ ਹੁੰਦੀਆਂ ਨੇ। ਇੱਕ ਰਾਈਟ ਅਤੇ ਦੂਜਾ ਲੈਫਟ ਲੰਗਸ ਵਿੱਚ ਜਾਂਦਾ ਹੈ। ਇਹ ਹੋਰ ਬਹੁਤ ਸਾਰੇ ਡਿਵਾਈਡ ਸਮਾਲ ਬ੍ਰੌਂਚਿਸ ਵਿੱਚ ਹੁੰਦੇ ਹਨ ਜਿਨ੍ਹਾਂ ਨੂੰ ਬ੍ਰੌਂਚਿਓਲਸ ਨਾਮ ਦਿੱਤਾ ਗਿਆ ਹੈ। ਅੱਗੇ ਆ ਗਿਆ ਜੀ ਡਾਇਫਰਾਮ। ਇਹ ਇੱਕ ਗੁੰਬਦ ਸ਼ੇਪ ਦਾ ਸਟਰਕਚਰ ਹੈ। ਗੁੰਬਦ ਸੁਣਿਆ ਵੇਖਿਆ ਹੀ ਹੋਣਾ, ਉੱਪਰ ਉੱਚਾ ਸਾਰਾ ਹੁੰਦਾ ਜਿਹੜਾ ਗੁੰਬਦ, ਅਤੇ ਸਕੈਲਟਲ ਮਸਲ ਅਤੇ ਉਹਨਾਂ ਦੇ ਟੈਂਡਨਸ ਤੋਂ ਬਣਿਆ ਹੁੰਦਾ ਹੈ। ਇਹ ਚੈਸਟ ਨੂੰ ਐਬਡੋਮੀਨਲ ਤੋਂ ਵੱਖਰਾ ਕਰਦਾ ਹੈ। ਰਿਬਸ ਦੇ ਬਾਟਮ 'ਤੇ ਐਕਸਟੈਂਡ ਹੁੰਦਾ ਹੈ। ਇਹ ਰੈਸਪੀਰੇਸ਼ਨ ਪ੍ਰੋਸੈਸ ਵਿੱਚ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਜਦੋਂ ਡਾਇਫਰਾਮ ਕੰਟਰੈਕਟ ਹੁੰਦਾ ਹੈ ਤਾਂ ਥੈਰੋਕ੍ਰਕਸ ਕੈਵਿਟੀ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਇਸ ਤਰ੍ਹਾਂ ਵਧੇਰੇ ਏਅਰ ਇੰਸਪਾਇਰਡ ਕੀਤੀ ਜਾ ਸਕਦੀ ਹੈ। ਅੱਗੇ ਆ ਗਿਆ ਜੀ ਲੰਗਸ। ਹਿਊਮਨ ਅਰਥ ਦੇ ਹੋਰ ਐਨੀਮਲਸ ਵਾਂਗ ਨੋਜ਼ ਐਂਡ ਲੰਗਸ ਰਾਹੀਂ ਬਰੀਥ ਲੈਂਦੇ ਹਨ। ਹਰ ਮਨੁੱਖ ਦੇ ਦੋ ਲੰਗਸ ਹੁੰਦੇ ਹਨ। ਲੰਗਸ ਰੈਸਪੀਰੇਟਰੀ ਸਿਸਟਮ ਲਈ ਬਹੁਤ ਜ਼ਰੂਰੀ ਹਨ। ਲੰਗਸ ਕੋਨ ਸ਼ੇਪਡ ਹੁੰਦੇ ਹਨ, ਕੋਨ ਵਰਗੇ ਹੁੰਦੇ ਆ ਇਹ ਲੰਗਸ ਨੂੰ ਥਰੋਟਿਕ ਕੈਵਿਟੀ ਦੇ ਆਧਾਰ 'ਤੇ ਡਾਇਫਰਾਮ 'ਤੇ ਰੱਖਿਆ ਜਾਂਦਾ ਹੈ। ਹਰੇਕ ਲੰਗਸ ਨੂੰ ਬ੍ਰੌਂਚਿਸ, ਬਲੱਡ ਵੈਸਲਸ, ਲਿੰਫੈਟਿਕ ਵਿਸਲਸ ਅਤੇ ਨਰਵਸ ਇਸ ਦੇ ਹੀਲੀਅਮ ਦੁਆਰਾ ਪ੍ਰਾਪਤ ਹੁੰਦੀਆਂ ਹਨ। ਅੱਗੇ ਆ ਗਿਆ ਜੀ ਫੰਕਸ਼ਨਸ। ਫੰਕਸ਼ਨ ਦੇ ਤਾਂ ਪਹਿਲਾ ਹੈਗਾ ਜੀ ਨੋਜ਼ ਵਿੱਚ ਮੌਜੂਦ ਬੋਨੀ ਦੇ ਪ੍ਰੋਜੈਕਸ਼ਨਸ ਏਅਰ ਨੂੰ ਫਿਲਟਰ ਕਰਦੇ ਹਨ ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ। ਸੈਕਿੰਡ ਹੈਗਾ ਜੀ ਯੂਸਟਾਚੀਅਨ ਟਿਊਬਸ ਨੋਜ਼, ਈਅਰ ਐਂਡ ਥਰੋਟ ਦੇ ਵਿਚਕਾਰ ਏਅਰ ਦੇ ਪ੍ਰੈਸ਼ਰ ਨੂੰ ਬਰਾਬਰ ਕਰਦੀਆਂ ਹਨ। ਥਰਡ ਲੈਰੀਨੈਕਸ ਫੂਡ ਨੂੰ ਰੈਸਪੀਰੇਟਰੀ ਪਾਈਪ ਵਿੱਚ ਐਂਟਰ ਹੋਣ ਤੋਂ ਰੋਕਦਾ ਹੈ। ਫੋਰਥ ਹੈਗਾ ਜੀ ਟ੍ਰੈਸ਼ੀਆ ਔਰ ਵਿੰਡ ਪਾਈਪ ਏਅਰ ਦੁਆਰਾ ਲੈਰੀਨੈਕਸ ਤੋਂ ਲੰਗਸ ਤੱਕ ਟਰੈਵਲ ਕਰਨ ਲਈ ਰਸਤਾ ਬਣਾਉਂਦੀ ਹੈ। ਇਨਰ ਵਿੰਡ ਪਾਈਪ ਦੀ ਵਾਲ ਡਸਟ ਐਂਡ ਮਾਈਕਰੋ ਆਰਗੇਨਿਜ਼ਮ ਦੇ ਪਾਰਟੀਕਲ ਨੂੰ ਟਰੈਪ ਕਰਦੀ ਹੈ। ਨੰਬਰ 5 ਬ੍ਰੌਂਚੀ ਜੀ ਲੰਗਸ ਦੇ ਅੰਦਰ ਗੈਸ਼ੀਅਲ ਐਕਸਚੇਂਜ ਵਿੱਚ ਹੈਲਪ ਕਰਦਾ ਹੈ। ਨੰਬਰ 6 ਲੰਗਸ ਟੂ ਗੋਜ਼ ਗੈਸਿਸ ਜਿਵੇਂ ਆਕਸੀਜਨ ਐਂਡ ਕਾਰਬਨ ਡਾਈਆਕਸਾਈਡ ਬਦਲਣ ਵਿੱਚ ਹੈਲਪ ਕਰਦੇ ਹਨ। ਅੱਗੇ ਆ ਗਿਆ ਜੀ ਫੰਕਸ਼ਨ ਐਂਡ ਸਟਰਕਚਰ ਆਫ ਸਰਕੂਲੇਟਰੀ ਸਿਸਟਮ। ਬਾਡੀ ਦੇ ਬਹੁਤ ਸਾਰੇ ਸੈੱਲ ਨੂੰ ਆਕਸੀਜਨ ਐਂਡ ਨਿਊਟ੍ਰੀਐਂਟਸ ਦੀ ਜ਼ਰੂਰਤ ਹੁੰਦੀ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਵੇਸਟੇਜ ਨੂੰ ਦੂਰ ਕਰਨ ਦੀ ਜ਼ਰੂਰਤ ਹੁੰਦੀ ਹੈ। ਹਾਰਟ, ਬਲੱਡ ਐਂਡ ਬਲੱਡ ਵੈਸਲਸ ਬਾਡੀ ਸੈਲਸ ਦੀ ਸਰਵਾਈਵਲ ਲਈ ਇਕੱਠੇ ਕੰਮ ਕਰਦੇ ਹਨ। ਇਹ ਸਭ ਬਾਡੀ ਦੇ ਸਰਕੂਲੇਟਰੀ ਸਿਸਟਮ ਦੇ ਰੂਪ ਵਿੱਚ ਬਣਦਾ ਹੈ। ਸਰਕੂਲੇਟਰੀ ਸਿਸਟਮ ਕੰਸਿਸਟ ਆਫ ਫਸਟ ਹੈਗਾ ਜੀ ਦਾ ਹਾਰਟ। ਸੈਕਿੰਡ ਟਿਊਬਸ ਦਾ ਇੱਕ ਸਿਸਟਮ ਜਿਸ ਵਿੱਚ ਆਰਟਰੀਜ਼, ਕੈਪਲਰੀਜ਼ ਐਂਡ ਵੇਨਸ ਸ਼ਾਮਲ ਹਨ। ਥਰਡ ਹੈਗਾ ਜੀ ਬਲੱਡ ਦੇ ਵਨ ਵੇ ਫਲੋ ਨੂੰ ਇਨਸ਼ਿਓਰ ਬਣਾਉਣ ਲਈ ਵਾਲਵ ਕੰਮ ਕਰਦੇ ਹਨ। ਸਰਕੂਲੇਟਰੀ ਸਿਸਟਮ ਬਲੱਡ ਵੈਸਲ ਨਾਲ ਬਣੀ ਹੈ ਜੋ ਬਲੱਡ ਨੂੰ ਹਾਰਟ ਤੋਂ ਦੂਰ ਲੈ ਜਾਂਦੀ ਹੈ। ਆਰਟਰੀਜ਼ ਨੂੰ ਹਾਰਟ ਤੋਂ ਬਲੱਡ ਨੂੰ ਦੂਰ ਲੈ ਜਾਂਦੀਆਂ ਹਨ ਅਤੇ ਵੇਨਸ ਬਲੱਡ ਨੂੰ ਵਾਪਸ ਹਾਰਟ ਤੱਕ ਲੈ ਆਉਂਦੀਆਂ ਹਨ। ਮਤਲਬ ਕਿ ਜਦੋਂ ਹਾਰਟ ਤੋਂ ਬਲੱਡ ਜਾਂਦਾ ਆਰਟਰੀ ਥਰੂ ਜਾਂਦਾ, ਜਦੋਂ ਵਾਪਸ ਆਉਂਦਾ ਹੈ ਤਾਂ ਵੇਨਸ ਥਰੂ ਵਾਪਸ ਆਉਂਦਾ। ਹਿਊਮਨ ਸਰਕੂਲੇਟਰੀ ਇੱਕ ਡਬਲ ਸਰਕੂਲੇਟਰੀ ਸਿਸਟਮ ਹੈ। ਇਸ ਦੀਆਂ ਸੈਪਰੇਟ ਸਰਕਟਸ ਹੁੰਦੀਆਂ ਹਨ ਅਤੇ ਦੋ ਵਾਰ ਬਲੱਡ ਹਾਰਟ ਵਿੱਚੋਂ ਲੰਘਦਾ ਹੈ। ਇਹ ਸਰਕਟਸ ਹਨ ਪਲਮਨਰੀ ਸਰਕਟ ਅਤੇ ਸਿਸਟਮੈਟਿਕ ਸਰਕਟ। ਪਹਿਲਾ ਹੈਗਾ ਜੀ ਪਲਮਨਰੀ ਸਰਕਟ। ਪਲਮਨਰੀ ਸਰਕਟ ਹਾਰਟ ਐਂਡ ਲੰਗ ਦੇ ਵਿਚਕਾਰ ਹੁੰਦਾ ਹੈ। ਇਹ ਟਰਾਂਸਪੋਰਟ ਕਰਦਾ ਹੈ ਲੰਗਸ ਨੂੰ ਬਲੱਡ ਇੱਥੇ ਆਕਸੀਜਨੇਟਡ ਹੁੰਦਾ ਹੈ ਅਤੇ ਫਿਰ ਹਾਰਟ ਨੂੰ ਵਾਪਸ ਚਲੇ ਜਾਂਦਾ ਹੈ। ਗੈਸੀਓ ਐਕਸਚੇਂਜ ਲੰਗਸ ਵਿੱਚ ਹੁੰਦਾ ਹੈ। ਕਾਰਬਨ ਡਾਈਆਕਸਾਈਡ ਬਲੱਡ ਤੋਂ ਐਲਵੇਲੀ ਵਿੱਚ ਏਅਰ ਵਿੱਚ ਫੈਲ ਜਾਂਦਾ ਹੈ ਅਤੇ ਆਕਸੀਜਨ ਏਅਰ ਤੋਂ ਐਲਵੇਲੀ ਵਿੱਚ ਬਲੱਡ ਵਿੱਚ
ਡਿਫਿਊਜ਼ ਹੋ ਜਾਂਦੀ ਹੈ ਅਤੇ ਰੈੱਡ ਬਲੱਡ ਸੈੱਲਸ ਵਿੱਚ ਹੀਮੋਗਲੋਬਿਨ ਦੁਆਰਾ ਅਬਜ਼ੌਰਬਡ ਹੋ ਜਾਂਦੀ ਹੈ। ਹੋਰ ਆਰਟਰੀਜ਼ ਐਂਡ ਵੇਨਸ ਦੇ ਉਲਟ ਪਲਮਨਰੀ ਆਰਟਰੀਜ਼ ਡੀਆਕਸੀਨੇਟਡ ਬਲੱਡ ਐਂਡ ਲੰਗਸ ਦੀ ਵੇਨਸ ਕੈਰੀ ਕਰਦੀ ਹੈ। ਸੈਕਿੰਡ ਹੈਗਾ ਜੀ ਸਿਸਟੈਮੈਟਿਕ ਸਰਕਟ। ਸਿਸਟੈਮੈਟਿਕ ਸਰਕਟ ਹਾਰਟ ਐਂਡ ਅਦਰ ਔਰਗਨਸ ਦੇ ਵਿਚਕਾਰ ਹੁੰਦਾ ਹੈ। ਇਹ ਸਿਸਟੈਮੈਟਿਕ ਸਰਕਟ ਬਾਡੀ ਦੇ ਦੁਆਲੇ ਬਾਡੀ ਟੈਂਪਰੇਚਰ ਬਲੱਡ ਟਰਾਂਸਪੋਰਟ ਕਰਦਾ ਹੈ। ਇਹ ਆਕਸੀਜਨ ਐਂਡ ਨਿਊਟ੍ਰੀਐਂਟਸ ਬਾਡੀ ਦੇ ਟਿਸ਼ੂਜ਼ ਤੱਕ ਪਹੁੰਚਦਾ ਹੈ ਅਤੇ ਕਾਰਬਨ ਡਾਈਆਕਸਾਈਡ ਅਤੇ ਹੋਰ ਵੇਸਟ ਮਟੀਰੀਅਲਸ ਵਾਲੇ ਡੀਆਕਸੀਨੇਟਡ ਬਲੱਡ ਨੂੰ ਬਾਹਰ ਲਿਜਾਂਦੇ ਹਨ। The aim organs of circulatory system are first ਹੈਗਾ ਜੀ ਹਾਰਟ, ਸੈਕਿੰਡ ਆਰਟਰੀਜ਼, ਥਰਡ ਕੈਪਲਰੀਜ਼, ਫੋਰਥ ਵੇਨਸ, 5 ਵਾਲਵਸ। ਹਾਰਟ ਇੱਕ ਮਸਕੂਲਰ ਔਰਗਨ ਹੈ। ਇਹ ਸਾਡੀ ਮੁੱਠੀ ਜਿੰਨਾ ਵੱਡਾ, ਆਪਣੀ ਮੁੱਠੀ ਨਹੀਂ ਹੁੰਦੀ ਗੀ ਉਹਦੇ ਜਿੰਨਾ ਵੱਡਾ ਹੁੰਦਾ। ਹਾਰਟ ਸਰਕੂਲੇਸ਼ਨ ਦਾ ਮੇਨ ਔਰਗਨ ਹੈ। ਹਾਰਟ ਚੈਸਟ ਦੇ ਅੰਦਰ, ਲੰਗਸ ਦੇ ਸਾਹਮਣੇ ਅਤੇ ਥੋੜ੍ਹਾ ਜਿਹਾ ਲੈਫਟ ਸਾਈਡ 'ਤੇ ਹੁੰਦਾ ਹੈ। ਦਰਅਸਲ ਹਾਰਟ ਵਿੱਚ ਡਬਲ ਪੰਪਡ ਹੁੰਦਾ ਹੈ। ਰਾਈਟ ਸਾਈਡ ਲੰਗ ਥਰੂ ਬਲੱਡ ਫੋਰਸ ਕਰਦਾ ਹੈ ਅਤੇ ਲੈਫਟ ਸਾਈਡ ਬਾਡੀ ਵਿੱਚ ਬਲੱਡ ਨੂੰ ਪੁਸ਼ਿਸ ਕਰਦਾ ਹੈ। ਸਾਡੀ ਬਾਡੀ ਵਿੱਚ ਜਿਸ ਨਾਲ ਸਿਸਟੈਮੈਟਿਕ ਸਰਕੂਲੇਸ਼ਨ ਹੁੰਦਾ ਹੈ, ਈਚ ਹਾਫ ਹਾਰਟ 2 ਚੈਂਬਰਸ ਵਿੱਚ ਡਿਵਾਈਡ ਹੁੰਦਾ ਹੈ। ਅੱਪਰ ਵਨ ਨੂੰ ਥਿਨ ਵਾਲਸ ਆਰਟਰੀਜ਼ ਕਿਹਾ ਜਾਂਦਾ ਹੈ, ਆਰਟਰੀਕਲਸ ਕਿਹਾ ਜਾਂਦਾ ਹੈ ਅਤੇ 2 ਲੋਅਰ ਬਹੁਤ ਜ਼ਿਆਦਾ ਥਿਕਰ ਵਾਲ ਨੂੰ ਵੈਂਟਰੀਕਲ ਕਿਹਾ ਜਾਂਦਾ ਹੈ। ਹਾਰਟ ਦੇ 4 ਚੈਂਬਰ ਹੁੰਦੇ ਹਨ, ਚਾਰੋਂ ਵੱਖਰੇ ਵੱਖਰੇ ਕੰਮ ਕਰਦੇ ਹਨ। ਲੈਫਟ ਵੈਂਟਰੀਕਲ ਆਰਟਰੀਅਸ ਦੁਆਰਾ ਬਲੱਡ ਨੂੰ ਟਿਸ਼ੂ ਵਿੱਚ ਭੇਜਦਾ ਹੈ। ਟਿਸ਼ੂ ਵਿੱਚ ਬਲੱਡ ਆਕਸੀਨੇਟਡ ਛੱਡਦਾ ਹੈ ਅਤੇ ਬਲੱਡ ਵਿੱਚ ਆਕਸੀਜਨ ਘੱਟ ਹੁੰਦੀ ਹੈ। ਘੱਟ ਆਕਸੀਜਨ ਦਾ ਬਲੱਡ ਵੇਨਸ ਦੇ ਜ਼ਰੀਏ ਵਾਪਸ ਹਾਰਟ ਵੱਲ ਜਾਂਦਾ ਹੈ ਅਤੇ ਰਾਈਟ ਆਰਟਰੀਕਲ ਤੱਕ ਪਹੁੰਚਦਾ ਹੈ ਅਤੇ ਫਿਰ ਇਹ ਰਾਈਟ ਵੈਂਟਰੀਕਲ ਵਿੱਚ ਜਾਂਦਾ ਹੈ, ਜੋ ਬਲੱਡ ਨੂੰ ਪਿਓਰੀਫਿਕੇਸ਼ਨ ਔਰ ਰੀਆਕਸੀਨੇਟਡ ਕਰਨ ਲਈ ਲੰਗਸ ਵਿੱਚ ਭੇਜਦਾ ਹੈ। ਦੁਬਾਰਾ ਰੀਆਕਸੀਨੇਟਡ ਤੋਂ ਬਾਅਦ ਇਹ ਪਲਮਨਰੀ ਵੇਨਸ ਰਾਹੀਂ ਲੈਫਟ ਆਰਟਰੀਕਲ ਵਿੱਚ ਵਾਪਸ ਆ ਜਾਂਦਾ ਹੈ। ਅੱਗੇ ਆ ਗਿਆ ਜੀ ਆਰਟਰੀਜ਼। ਆਰਟਰੀਜ਼ ਹਾਰਟ ਤੋਂ ਬਲੱਡ ਲੈ ਜਾਂਦੀਆਂ ਹਨ। ਇਹ ਬਣੇ ਹਨ ਇਨਵੋਲੰਟਰੀ ਮਸਲ ਐਂਡ ਇਲਾਸਟਿਕ ਟਿਸ਼ੂ ਐਂਡ ਪ੍ਰੈਸ਼ਰ ਦਾ ਸਾਹਮਣਾ ਕਰਨ ਦੇ ਸਮਰੱਥ ਹਨ। ਐਓਰਟਾ ਸਿਸਟੈਮੈਟਿਕ ਸਰਕੂਲੇਸ਼ਨ ਦਾ ਮੇਨ ਆਰਟਰੀ ਹੈ। ਇਹ ਪਿਓਰ ਬਲੱਡ ਨੂੰ ਬਾਡੀ ਦੇ ਵੱਖ-ਵੱਖ ਪਾਰਟ ਵਿੱਚ ਪਹੁੰਚਾਉਂਦੀ ਹੈ। ਆਰਟਾ ਲਗਭਗ ਬ੍ਰਾਂਚਿਸ ਵਿੱਚ ਡਿਵਾਈਡ ਹੁੰਦਾ ਹੈ, ਲਗਾਤਾਰ ਬ੍ਰਾਂਚਿਸ ਵਿੱਚ। ਆਰਟਾ ਬਹੁਤ ਸਾਰੀਆਂ ਬਿਗ ਆਰਟਰੀਜ਼ ਵਿੱਚ ਬ੍ਰੇਕਅਪ ਹੋ ਜਾਂਦੀਆਂ ਹਨ। ਹਰ ਇੱਕ ਬਹੁਤ ਸਾਰੀਆਂ ਸਮਾਲਰ ਆਰਟਰੀਜ਼ ਵਿੱਚ ਵੰਡਿਆ ਜਾਂਦਾ ਹੈ। ਇਹ ਬਹੁਤ ਸਾਰੀਆਂ ਹਰ ਸਮਾਲ ਆਰਟਰੀ ਆਰਟਰੀਕਲਸ ਦਾ ਬੰਚ ਬਣਾਉਂਦੀ ਹੈ। ਬਲੱਡ ਤੋਂ ਉਹਨਾਂ ਦੇ ਸਬ ਪਾਰਟ ਵਿੱਚ ਅਤੇ ਫਿਰ ਕੈਪਲਰੀ ਵਿੱਚ ਫਲੋ ਕਰਦਾ ਹੈ।